तिस जेवड़ अवर ना कोई बाणी ही निरंकार स्वरूपा. So the Sikhs then ask the question, you're talking about the Guru and you're talking about God, what's the difference? Are they different? Are they the same? And Guruji said, Gur Mukh Rahya Samai. Gur Guru Mukh Vaheguru. Rahya Samai, they are one and the same, they exist within each other. Rahya Samai. So Guru is the servant form, the form that we can see, feel, touch, hear, and Vaheguru, God, when we say is formless, that is the form of God that exists everywhere, just the energy source, if you would, in a simple English sense. That is the energy source that we can't feel and hear, and we'll only feel, hear, and touch and realize then is when we spiritually become one with them through the teachings of the Guru. So Guru Sahib ji ne ye bhi shanka dur karta bhi Guru Vaheguru da hi swaroop hai. ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਜਿਹੜੇ ਦੂਸਰੇ ਧਰਮ ਨੇ, ਦੂਸਰੇ ਧਰਮ ਦਾ ਗੋਡ ਨੂੰ ਹੈਵਨ ਦੇ ਵਿੱਚ ਮੰਨਦੇ ਹਨ, ਮਤਲਬ ਬਹਿਸ਼ਤ ਦੇ ਵਿੱਚ ਵੀ ਕਹਿੰਦੇ ਆ ਮੁਸਲਮਾਨ. ਸਾਨੂੰ ਬਹਿਸ਼ਤ ਉੱਥੇ ਜਾਣ ਦੀ ਲੋੜ ਨਹੀਂ ਪੈਰਾਡਾਈਸਾਂ ਦੇ ਵਿੱਚ. ਸਾਨੂੰ ਤੋਂ ਵਾਹਿਗੁਰੂ ਇੱਥੇ ਆਪ ਆਇਆ ਸਾਡੇ ਕੋਲ, ਅਸੀਂ ਹੁਣ ਵਾਹਿਗੁਰੂ ਦੇ ਸ਼ਰਨ ਦੇ ਵਿੱਚ ਹੀ ਬੈਠੇ ਹਾਂ. ਇਹ ਇਹਨਾਂ ਦਾ ਸਰਵਨ ਸਰੂਪ ਆ. ਇੰਨੇ ਸਾਡੇ ਭਾਗ ਸਾਰਿਆਂ ਦੇ ਜਿਹੜੇ ਅੱਜ ਇੱਥੇ ਗੁਰੂ ਘਰ ਦੇ ਵਿੱਚ ਬੈਠੇ ਹਨ, ਸਾਡੇ ਭਾਗ ਬਹੁਤ ਬਹੁਤ ਉੱਚੇ ਹਨ ਕਿ ਅਸੀਂ ਵਾਹਿਗੁਰੂ ਦੇ ਸ਼ਰਨ ਦੇ ਵਿੱਚ ਬੈਠੇ ਹਾਂ. ਇਸ ਸ਼ਰਨ ਦੇ ਵਿੱਚੋਂ ਹੀ ਫਿਰ ਸਾਨੂੰ ਨਿਰਗੁਣ ਦੇ ਦਰਸ਼ਨ ਹੋਣਗੇ ਜੇ ਅਸੀਂ ਇਹਨਾਂ ਦੇ ਉਪਦੇਸ਼ ਦੇ ਵਿੱਚ ਤੁਰਾਂਗੇ ਤੇ ਸਿੱਖੀ ਕਮਾਵਾਂਗੇ. ਫਿਰ ਸਾਡਾ ਜੋ ਆਤਮਿਕ ਗਿਆਨ ਆ ਉਹ ਪੈਦਾ ਹੋਊਗਾ ਕਰਕੇ ਅਸੀਂ ਫਿਜ਼ੀਕਲ ਦੇ ਰਾਹੀਂ ਅਸੀਂ ਸਪਿਰਿਚੁਅਲ 'ਚ ਜਾ ਸਕਦੇ ਹਾਂ. ਸਿੱਧਾ ਸਪਿਰਿਚੁਅਲ ਕੋਈ ਨਹੀਂ ਜਾ ਸਕਦਾ. ਜਿਸ ਤਰ੍ਹਾਂ ਹੋਰ ਵੀ ਧਰਮ ਉੱਠੇ ਨੇ, ਉਹ ਕਹਿੰਦੇ ਸ਼ੰਕੇ ਕਰਦੇ ਵੀ ਗੁਰੂ ਸਾਹਿਬ ਨੇ ਤਾਂ ਟਕਾਰ ਵੀ ਬਖਸ਼ਤੇ, ਡਿਸਪਲਿਨ ਵੀ ਬਖਸ਼ਤਾ, ਵੀ ਇਹਦੀ ਕੀ ਲੋੜ ਆ, ਮਨ ਸਾਫ਼ ਹੋਣਾ ਚਾਹੀਦਾ ਆ, ਬਸ ਵਾਹਿਗੁਰੂ ਵਾਹਿਗੁਰੂ ਰਾਮ ਰਾਮ, ਈਸਾਈ ਯਹੋਵਾ, ਮਤਲਬ ਇਹ ਜਪੀ ਜਾਓ ਤੁਹਾਨੂੰ ਵਾਹਿਗੁਰੂ ਮਿਲ ਜੂਗਾ. ਨਹੀਂ, ਗੁਰੂ ਦੀ ਲੋੜ ਆ, ਗੁਰੂ ਦੀ ਡਿਸਪਲਿਨ ਦੀ ਲੋੜ ਆ, ਕਰਕੇ ਜੇ ਫਿਜ਼ੀਕਲ ਨਾ ਕਰਾਂਗੇ ਫਿਰ ਸਪਿਰਿਚੁਅਲ ਕਦੇ ਨਹੀਂ ਮਿਲਣਾ. ਸਪਿਰਿਚੁਅਲ ਉੱਦਾਂ ਨਹੀਂ ਮਿਲ ਜਾਂਦਾ, ਆਤਮਿਕ ਸਿੱਧਾ ਨਹੀਂ ਮਿਲ ਜਾਂਦਾ, ਸਰਵਣ ਦੇ ਰਾਹੀਂ ਮਿਲ ਸਕਦਾ. ਸਰਵਣ ਸਾਡਾ ਸ਼ਬਦ ਆ, ਸ਼ਬਦ ਦੇ ਉਪਦੇਸ਼ ਦੇ ਰਾਹੀਂ ਸਾਨੂੰ ਮਿਲ ਸਕਦਾ, ਉੱਦਾਂ ਨਹੀਂ ਮਿਲ ਸਕਦਾ. ਗੁਰੂ ਸਾਹਿਬ ਜੀ ਨੇ ਉਹ ਵੀ ਨਿਵਰਤ ਕਰਤਾ ਸ਼ੰਕਾ, ਗੁਰਮੁਖ ਰਹਿਆ ਸਮਾਏ. ਗੁਰੂ ਤੇ ਵਾਹਿਗੁਰੂ ਇੱਕ ਹੀ ਚੀਜ਼ ਹਨ. ਅੱਗੇ ਸਿੱਧਾ ਨੇ ਪੁੱਛਿਆ ਵੀ ਅਸੀਂ ਤਾਂ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਨੂੰ ਮੰਨਦੇ ਹਾਂ, ਤੁਸੀਂ ਤਾਂ ਗੁਰੂ ਨੂੰ ਵੱਡਾ ਕਰਤਾ, ਸ਼ਬਦ ਨੂੰ ਵੱਡਾ ਕਰਤਾ. ਤੇ ਗੁਰੂ ਸਾਹਿਬ ਜੀ ਅੱਗੇ ਦੱਸਦੇ ਹਨ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ. ਗੁਰ ਈਸ਼ਰ ਜਿਹੜਾ ਵਾਹਿਗੁਰੂ ਆ, ਸ਼ਿਵ ਜੀ ਦਾ ਵੀ ਗੁਰੂ ਆ. So Vaheguru is the guru of Shivji, of any other spiritual prophet that has come on this earth. Bigger than all of them is Vaheguru on the Shabad. Gur Ishar, Phir Gur Gorakh, Vishnu. Ishar Shivji ਉਹਨਾਂ ਨੂੰ ਲੈਤਾ ਕਰਾਉਂਦਾ, they deliver them. Vishnu ਪਾਲਦਾ ਉਹਨਾਂ ਨੂੰ. ਤੇ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ Vaheguru is bigger than Vishnu who looks after you. God is bigger than them also because God created them. ਫਿਰ ਅੱਗੇ ਬਰਮਾ ਗੁਰ, ਬ੍ਰਹਮਾ ਜਿਨ੍ਹਾਂ ਨੇ ਉਹਨਾਂ ਨੂੰ ਪੈਦਾ ਕਰਵਾਇਆ. ਤੇ ਗੁਰੂ ਨਾਨਕ ਸਾਹਿਬ ਜੀ ਸਿੱਧਾ ਨੂੰ ਦੱਸਦੇ ਹਨ ਵੀ ਬ੍ਰਹਮੇ ਤੋਂ ਵੀ ਵੱਡਾ ਵਾਹਿਗੁਰੂ. ਤੁਸੀਂ ਬ੍ਰਹਮੇ ਨੂੰ ਵੀ ਮੰਨਦੇ ਹੋ ਵੀ ਬ੍ਰਹਮੇ ਨੇ ਸਾਰੇ ਕੁਝ ਪੈਦਾ ਕਰਾਇਆ? ਨਹੀਂ, ਵਾਹਿਗੁਰੂ ਨੇ ਸਭ ਕੁਝ ਪੈਦਾ ਕੀਤਾ. ਵਾਹਿਗੁਰੂ ਉਹਨਾਂ ਤੋਂ ਵੀ ਵੱਡਾ, ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਤੋਂ ਵੀ ਵੱਡਾ. ਇਹ ਅਸੀਂ ਦੋਸ਼ ਨਹੀਂ ਲਾਉਂਦੇ ਉਹਨਾਂ ਦੇ ਧਰਮ ਤੇ. ਮਹਾਰਾਜ ਇਹ ਵੀ ਕਹਿੰਦੇ ਜੇ ਕਿਸੇ ਨੇ ਧਰਮੀ ਬਣਨਾ, ਵਧੀਆ ਧਰਮੀ ਬਣੇ, ਉਹ ਆਪਦੇ ਧਰਮ ਉਹਨਾਂ ਦੇ ਥਾਂ ਤੇ ਠੀਕ ਨੇ, ਪਰ ਸਾਡੇ ਅਸੀਂ ਸਾਰੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ, ਭਾਵੇਂ ਅੰਮ੍ਰਿਤਧਾਰੀ ਹੋਈਏ, ਭਾਵੇਂ ਆਪਦੇ ਆਪ ਉੱਚੀ ਜਾਤਾਂ ਦੇ ਕਹਾਈਏ, ਭਾਵੇਂ ਨੀਵੀਂ ਦੇ ਕਹਾਈਏ, ਭਾਵੇਂ ਅਸੀਂ ਅੰਮ੍ਰਿਤਧਾਰੀ ਹੋਏ ਨਾ ਹੋਈਏ, ਭਾਵੇਂ ਅਸੀਂ ਮੇਲ ਹੋਈਏ, ਫੀਮੇਲ ਹੋਏ, ਬੱਚੇ ਬਜ਼ੁਰਗ ਹੋਈਏ, ਇਹ ਸਾਰਾ ਸਾਂਝਾ ਅਸੀਂ ਸਾਰੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ, ਸਾਰੇ ਜਿਹੜੇ ਬੈਠੇ ਆ ਇੱਥੇ ਤਾਂ ਹੀ ਅਸੀਂ ਬੈਠੇ ਹਾਂ. ਤੇ ਇਹ ਸਭ ਤੋਂ ਵੱਡੇ ਨੇ ਦੁਨੀਆ ਦੇ ਵਿੱਚ. ਇਹ ਹੰਕਾਰ ਵਾਲੀ ਗੱਲ ਨਹੀਂ ਹੈਗੀ, ਇਹ ਵਾਕਿਆ ਸੱਚੀ ਗੱਲ ਆ ਕਰਕੇ ਗੁਰੂ ਸਾਹਿਬ ਨੇ ਸਾਬਤ ਹੀ ਕਰਤਾ, ਦਿਖਾ ਕੇ ਜੋ ਕੌਤਕ ਬਾਅਦ ਵਰਤਾਏ ਨੇ. ਗੁਰੂ ਅਰਜਨ ਦੇਵ ਸਾਹਿਬ ਜੀ 31 ਤਵੀ ਦੇ ਬੈਠੇ ਹਨ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ, 4 ਸਾਹਿਬਜ਼ਾਦੇ ਨੂੰ ਬਾਰਿਆ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਸਾਰਾ ਕੁਝ ਦਿਖਾਤਾ ਵੀ ਇਹ ਤਾਂ ਸਭ ਤੋਂ ਵੱਡਾ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ. ਇਹ ਕਲਯੁਗ ਦੇ ਵਿੱਚ ਵੱਡਾ ਹੀ ਸਤਿਗੁਰੂ ਨਾਨਕ ਆ, ਹੋਰ ਕੋਈ ਹੈ ਨਹੀਂਗਾ ਦੁਨੀਆ ਦੇ ਵਿੱਚ. ਤੇ ਗੁਰੂ ਸਾਹਿਬ ਜੀ ਇਹ ਉਹਨਾਂ ਦੇ ਦੋਸ਼ ਨਹੀਂ, ਇਸ ਬਸ ਸਿੱਧਾ ਨਾਲ ਵਿਚਾਰ ਕਰਦੇ ਆ ਵੀ ਜਿਹੜੀਆਂ ਸ਼ਕਤੀਆਂ ਨੇ ਪੈਦਾ ਕਰਨ ਦੀ, ਪਾਲਣਾ ਦੀ ਤੇ ਲਾਇਤਾ ਕਰਨ ਦੀ, ਉਹ ਸ਼ਕਤੀ ਵਾਹਿਗੁਰੂ ਦੀਆਂ ਨੇ, ਉਹ ਉਹਨਾਂ ਦੀ ਨਹੀਂ ਹੈਗੀ ਸ਼ਕਤੀ. ਤਾਂ ਹੀ ਉਹਨਾਂ ਦੇ ਧਰਮ ਜੋ ਆਪ ਦੱਸਦੇ ਹਨ ਵੀ ਬ੍ਰਹਮਾ ਕਈ ਬਣੇ ਆ, ਕਈ ਆਇਆ ਕਈ ਗਏ ਆ, ਵਿਸ਼ਨੂੰ ਸ਼ਿਵ ਜੀ ਕਈ ਆਇਆ ਕਈ ਗਏ ਆ, ਵਾਹਿਗੁਰੂ ਤਾਂ ਇੱਕੋ ਹੀ ਆ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਈ ਨਹੀਂ ਆਉਂਦੇ, ਇਹ ਇੱਕੋ ਹੀ ਨੇ. ਕਰਕੇ ਆਲ ਮਾਈਟੀ, ਜਿਹਨੂੰ ਆਲ ਮਾਈਟੀ ਕਹਿੰਦੇ ਆ ਨਾ ਗੋਰੇ, ਆਲ ਮਾਈਟੀ ਕੰਪਲੀਟ ਪਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ. ਸੋ ਜੇ ਅੱਗੇ ਫਿਰ ਉਹ ਕਹਿੰਦੇ ਵੀ ਚੱਲ ਉਹਨਾਂ ਦੇ ਜਿਹੜੇ ਘਰ ਦੀਆਂ ਸੀ, ਸ਼ਿਵ ਜੀ, ਬ੍ਰਹਮਾ ਵਿਸ਼ਨੂੰ ਦੀਆਂ, ਪਾਰਵਤੀ, ਸਰਸਵਤੀ ਤੇ ਲక్ష్ਮੀ. ਤੇ ਮਹਾਰਾਜ ਅਗਲੇ ਕਹਿੰਦੇ ਪਾਰਵਤੀ ਮਾਈ, ਪਾਰਵਤੀ ਸ਼ਿਵ ਜੀ ਦੀ, ਮਾਈ ਨੂੰ ਦੋ ਵੱਖਰੇ ਕਰਕੇ ਮਾਂ ਮਾਇਆ, ਲక్ష్ਮੀ ਈਸ਼ ਸਰਸਵਤੀ.
ਇਹ ਤਿੰਨਾਂ ਜਿਹੜੀ ਘਰ ਦੀਆਂ ਇਹਨਾਂ ਦੀਆਂ ਉਹਨਾਂ ਦਾ ਵੀ ਗੁਰੂ ਵਾਹਿਗੁਰੂ ਆ। ਹੁਣ ਜੇ ਇਹਦੇ ਅਰਥ ਹੋਰ ਕਰੀਏ, ਜੋ ਸ਼ਕਤੀਆਂ ਨੇ ਉਹ ਸ਼ਕਤੀਆਂ ਗੁਰੂ ਦੀਆਂ ਨੇ। ਸ਼ਿਵ ਜੀ ਦੀ ਸ਼ਕਤੀ ਲੈਟਾ ਕਰਨ ਦੀ, ਵਾਹਿਗੁਰੂ ਹੀ ਸਾਨੂੰ ਲੈਟਾ ਕਰਾਉਂਦਾ, ਗੁਰੂ ਹੀ ਸਾਡੀ ਲੈਟਾ ਕਰਦਾ। ਸੋ ਗੁਰੂ ਸਾਹਿਬ ਜੀ delivers us, ਵਿਸ਼ਨੂੰ ਪਾਲਦਾ, ਗੁਰੂ ਸਾਹਿਬ ਜੀ organizes us, looks after us। Brahma is Shakti to create, ਵਾਹਿਗੁਰੂ creates। ਤਾਂ ਹੀ ਇੱਕ ਓਂਕਾਰ ਮਹਾਰਾਜ ਸਾਹਿਬ ਨੇ ਦੱਸਿਆ ਕਿ ਪਾਰਵਤੀ ਮਾਈ, ਪਾਰਵਤੀ ਅਡੋਲ ਸੀ, ਉਹਦੇ ਆਉਂਦੀ ਆ ਪਾਰਵਤੀ ਜੀ ਸ਼ਕਤੀ ਅਡੋਲਦੀ ਆ। ਗੁਰੂ ਸਾਹਿਬ ਜੀ doesn't waver, they are with us from the start, they are with us at the end। It's we who waver from their sharan, they never waver, they're always with their seeds, they're always with their children, all of us। Mai, Maya, Lakshmi, Padartha, Lakshmi, we say Maya is like all these padarthas, all these things that we collect in this world. Guru Sahib Ji gives us all those collections, gives us the gifts. But they don't necessarily just give us the worldly gifts, they also give us the spiritual gifts, like being truthful, having compassion, being honest, being content। And Saraswati Vidya di Dati manni gayi hai। Guru Sahib Ji gives us the true teaching because they are the Guru themselves। So Guru Sahib Ji is the complete and all-powerful। Gur Isar, Gur Gorak, Barma Gur, Parvati Mai। फिर अगे महाराज साहब सिद्धा ने पूछे फिर होर दसो वाहिगुरू के बारे। महाराज कहते जे हम जाना आखा नहीं, कहना कथन ना जाए। जे मैं जानदा भी हाँ, गुरु नानक साहब जी सिद्धा नूं दसदे, जे मैं जानदा भी, जे हम जाना, even if I know more, आखा नहीं, I can't tell you anymore। Why can't I tell you anymore? कहना कथन ना जाए। एक कथन तो बाहर आ, जिन्ना मर्जी इन्हां दा उपदेश साझा करी जाइए, जिन्ने मर्जी इन्हां नूं प्रेज करी जाइए, कोई साझ नहीं कर सकता। ये इनफिनिट ने, परे तो परे, अपार बेअंत स्वामी। तां ही कहने ऊंच अपार बेअंत स्वामी, कौन जाने गुण तेरे। ये कोई नहीं इन्हां दे गुण दस सकदा। ते गुरु नानक साहब आप वाहिगुरू दा स्वरूप हो के वो भी निमरता दिखाउंदे ने। जे हम जाना, even if I know, I can't share anymore because they are infinite। कहना कथन ना जाए, it's outside of, they are indescribable। ते एक चीज महाराज साहब ने दसी आ, की दसी आ, बुरा एक देह बुझाई। एक चीज सानू समझाई है, बुझाई दा अर्थ समझाई। They told us, taught us one thing, our Guru, सबना जियां का एक दाता, सो मैं विसरनाई। There is only one God who is the giver of all creation। They are Dhan Sri Guru Granth Sahib Ji, and for that reason, if they are the complete power and they have all power to give us everything, then why are we leaving them? Why are we visaring them? So मैं विसरना जाए। गुरु नानक साहब जी दसते हैं, सिद्धा नूं सानू भी उपदेश दिंदे हैं भी जे इत्थे सब कुछ मिलदा, फिर असीं होर पासे कदों भटकदे हां। जे इत्थे ही मिलदा, फिर इत्थों लई जाओ। इन्हां ने ना नहीं करनी, ना तां साडे अगे करदे आ, कोई सानू पुछ लैंदा, साडे बच्चे पुछदे आ, सानू 2 पाउंड दे देंदे, असीं ना करदे बच्चिआं नूं, जां कोई होर असीं जाने पुछण नूं, साडे मालक नूं असीं पुछदे आ, सानू हैल्प करदे, बैंकां कोल जाने सानू लोन दे दे, वो सारे ना कर दिंदे आ, मित्र भी ना कर दिंदे आ, परिवार भी ना कर दिंदे आ। पर इत्थे नहीं कदे ना हुंदी जे भरोसा रखीए, जे इन्हां ते तुरीए। समा पूरा हो गया। ये सिद्धा नाम उपदेश सी। मैं 1-2 मिनटां दे विच गुरु ग्रंथ साहिब दे अर्थ बेअंत ने, एक साझ अर्थ कीते आ, कई अर्थ ने, पर जे असीं होर अर्थ बहुत छोटी तेजी दे विच यह अर्थ असीं सिख हुण ये समझ के सारा उपदेश हुण थोड़ा जिहा होर अगे चलीए। असीं की करना हुण, महाराज साहब सानू उपदेश ये दिंदे, थापिया ना जाए, कीता ना होए। जे असीं सोचांगे भी असीं रब नूं थाप देना, मूर्तियां जां बड़ियां कोल जाना भी रब होर सानू मिल जूगा किते, महाराज साहब कहते थापिया ना जाए, कीता ना होए, तुहानूं रब नहीं किते मिलना। सो इफ Guru Granth Sahib Ji has many multiple meanings for each pankti, for each word, and although it's past, I'm going to spend a few minutes, not long now, just going through, having listened to understand all of those meanings. What can we take away? Let's say a conclusion for today. And Guru Sahib is saying to us, if you think you can find God anywhere, you can't. You won't be able to make God. You won't be able to find them anywhere else. You won't be able to find them in statues. You won't be able to find them in gravestones. You won't be able to find God anywhere. Ape aap niranjan soy. Because God exists everywhere. Sare paase rab vasda. Ape aap sare niranjan soy. Niranjan is Maya de vich. Niranjan Swaroop. Within Maya, within this illusion, God exists. The only place you're going to find God is in His creation and in the form of Sri Guru Granth Sahib Ji. रब किते नहीं मिलना, इत्थे गुरु घर च ही मिलना, श्री गुरु ग्रंथ साहिब के स्वरूप दे विच ते सारियां दे विच घट के अंतर की जाना, घट के अंतर की जाना तां जानदा जो आप घट दे विच वसदा होवे, तां ही
ਜਿਹਨੂੰ ਵਾਸਦੇਵ ਸਰੂਪ ਕਹੀਦਾ ਘਟ ਘਟ ਦੇ ਵਿੱਚ ਵਸਦਾ, ਜਿਹੜਾ ਉਹਨੂੰ ਵਾਸਦੇਵ ਸਰੂਪ ਕਹੀਦਾ ਤੇ ਉਹ ਤਾਂ ਜਾਣ ਸਕਦਾ ਜੇ ਉਹ ਆਪ ਵਸਦਾ ਹੋਵੇ ਘਟ ਘਟ ਦੇ ਵਿੱਚ। So God exists everywhere. That's where we're going to find God. We're not going to find him in a specific place apart from the Shabad in Sri Guru Granth Sahib Ji. ਜਿਨ ਸੇਵਿਆ ਤਿਨ ਪਾਇਆ ਮਾਨ। ਨਾ ਪਿਛਲੀ ਵਾਰੀ ਅਰਥ ਕੀਤਾ ਸੀ ਪਾਇਆ ਮਾਨ, ਸਾਨੂੰ ਪਤਾ ਵੀ ਅਰਥ ਲੜੀਵਾਰ ਦੇ ਹੁੰਦੇ ਹਨ। ਪਾਇਆ ਮਾਨ, ਜੇ ਅਸੀਂ ਇਹਦਾ ਅਰਥ ਵੱਖਰਾ ਕਰੀਏ ਪਾਏ ਅਮਾਨ, ਜਿਹੜਾ ਸੇਵਾ ਕਰਦਾ ਗੁਰੂ ਸਾਹਿਬ ਦਾ ਉਹ ਅਮਾਨ, ਉਹ ਹੰਕਾਰ ਤੋਂ ਰਹਿਤ ਹੋ ਜਾਂਦਾ। He loses his ego because he has served the true God. And if we lose our ego, that is the point, because the biggest rogue is our ego, ਹੰਕਾਰਾ। ਉਹਨੂੰ ਗਵਾ ਲਈਏ ਫਿਰ ਸਭ ਕੁਝ ਮਿਲ ਜਾਂਦਾ। ਤਾਂ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਦੱਸਦੇ ਨਾਨਕ ਗਾਵੀਏ ਗੁਣੀ ਨਿਦਾਨ। That's why we should sing the praises. And this is the key bit I wanted to share with you. ਗਾਵੀਏ ਸੁਣੀਏ ਮਨ ਰੱਖੀਏ ਭਾਵ। The path to God is by singing the praises, by listening, by believing, and then you will find we will become one with the Lord. ਪਹਿਲਾਂ ਗਾਓ, ਸੁਣੋ ਤੇ ਉਪਦੇਸ਼ ਉਹਨਾਂ ਦਾ ਮੰਨੋ। Believe in the teachings and you will become one with the Lord. ਦੁੱਖ ਪਰ ਹਰ ਸੁਖ ਕਰ ਲੈ ਜਾਏ। All our pains will go, will be taken to Sachkhand. ਗੁਰਮੁਖ ਨਾਦਮ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ। The teaching for us is ਅਸੀਂ ਕੀਰਤਨ ਸੁਣੀਏ। ਗੁਰਮੁਖ ਨਾਦਮ ਗੁਰਮੁਖ listen to ਕੀਰਤਨ, ਗੁਰਮੁਖ ਵੇਦਨ, and then we should try and understand ਕਥਾ ਵੀ ਸੁਣੀਏ ਕਰਕੇ ਕਥਾ ਵੀ ਨਹੀਂ ਹੁੰਦੀ, ਕੀਰਤਨ ਵੀ ਸੁਣੀਏ ਕਥਾ ਵੀ ਸੁਣੀਏ। ਗੁਰਮੁਖ ਰਹਿਆ ਸਮਾਈ, then we become one with the Lord. ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ। Guru Sahib Ji will look after us, they give us life, they organize our life, and they deliver us back into themselves. Parvati Mai, they give us, they stay with us, they'll never waver from us. Mai, they always give us all the qualities and they will give us the gift of understanding, of true knowledge. जे हो जाना आखा नाही कहना कथ ना जाए, गुरा एक देह बुझाए सबना जिया का एक दाता सो मैं विसर ना जाए। We can continue describing and sharing the teachings of Vaheguru, but परे तो परे हैं श्री गुरु ग्रंथ साहिब जी अकाल पुरख वाहिगुरु सब तो वड्डे हैं। ਅਸੀਂ ਆਪ ਇਹਨਾਂ ਦੇ ਪਰਿਵਾਰ ਚੋਂ ਸਾਰੇ ਜਾਣੇ, ਇਹਨਾਂ ਨੂੰ ਨਾ ਵਿਸਾਰੀਏ, ਇਹ ਸਾਨੂੰ ਕਦੇ ਨਹੀਂ ਵਿਸਾਰਦੇ। ਅਸੀਂ ਚਰਨਾਂ ਦੇ ਵਿੱਚ ਰਹੀਏ, ਇਹਨਾਂ ਦੇ ਸਭ ਬਖਸ਼ਿਸ਼ਾਂ ਇੱਥੋਂ ਮਿਲਣਗੀਆਂ। ਇੰਨੀਆਂ ਬੇਨਤੀ ਕਰਦੇ ਮੈਂ ਖਿਮਾ ਦਾ ਜਾਚਕ ਬਣਦਾ ਹਾਂ। 5-7 ਮਿੰਟ ਉੱਪਰ ਹੋ ਗਿਆ, ਮੈਂ ਪ੍ਰਬੰਧਕਾਂ ਨੂੰ ਮਾਫੀ ਮੰਗਦਾ ਹਾਂ, ਸੰਗਤਾਂ ਨੂੰ ਧੰਨਵਾਦ ਸਾਰੇ ਪ੍ਰਬੰਧਕਾਂ ਦਾ, ਸੰਗਤਾਂ ਜਿਨ੍ਹਾਂ ਸਾਨੂੰ ਇੱਥੇ ਸੱਦਿਆ। ਮੈਂ ਬੇਨਤੀ ਹੀ ਕਰਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡੇ ਹਨ, ਇਹਨਾਂ ਨੂੰ ਵਿਸਾਰ ਲਈਏ ਨਾ, ਇਹ ਕਦੇ ਨਹੀਂ ਸਾਨੂੰ ਵਿਸਾਰਦੇ, ਇਹਨਾਂ ਤੋਂ ਸਭ ਕੁਝ ਹੀ ਮਿਲੂਗਾ। ਇੰਨੀਆਂ ਬੇਨਤੀ ਕਰਦੇ ਮੈਂ ਖੀਮਾ ਦਾ ਜਾਚਕ, ਜੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਮੈਂ ਮਾਫੀ ਮੰਗਦਾ ਹਾਂ। ਅਗਲੀ ਵਾਰੀ ਸ਼ਾਇਦ ਮਹਾਰਾਜ ਸਾਹਿਬ ਕਿਰਪਾ ਕਰਨਗੇ, ਹੋਰ ਵੀ ਗੁਰਸਿੱਖਾਂ ਦੀ ਸਾਖੀਆਂ ਸਾਂਝੀਆਂ ਕਰਨੀਆਂ ਸੀ, ਸਮਾਂ ਇਜਾਜ਼ਤ ਨਹੀਂ ਦਿੱਤਾ। ਪਰ ਚੱਲ 2 ਸਾਖੀਆਂ ਜੋ ਘਟਨਾਵਾਂ ਜੋ ਪਿਛਲੇ ਸਮੇਂ ਦੇ ਵਿੱਚ ਹੋਈਆਂ ਹਨ ਉਹ ਪ੍ਰੂਫ ਪੱਕਾ ਬਣਦਾ ਵੀ ਜੇ ਬਾਹਰਲਾ ਹੀ ਕਹਿ ਦੇਵੇ ਵੀ ਇਹ ਸੱਚਾ ਆ, ਫਿਰ ਅਸੀਂ ਕਦੋਂ ਨਹੀਂ ਮੰਨਦੇ ਵੀ ਇਸ ਇੱਥੋਂ ਹੀ ਸੱਚ ਮਿਲੂਗਾ। ਦੇਵ ਸੱਜਣ ਸੀਸੜੀਆਂ ਯਹੋਵਾ ਸਾਹਿਬ ਸੁਮੇਲ ਲੇਖਿਆ ਤਹਿ ਸ਼ੁਕੀਆ ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ ਦੁੱਖਾਂ ਵਾਲਾ ਨਾਮ ਹੋਇਆ। ਜਦੋਂ ਅਸੀਂ ਸਤਿਗੁਰ ਦੇ ਭਰੋਸਾ ਕਰ ਲਈਏ ਜਾਂ ਮੰਨ ਲਈਏ ਫਿਰ ਪਰਮਾਤਮਾ ਸਾਡਾ ਸਾਥ ਦਿੰਦਾ ਹੈ, ਸਦਾ ਨਿਭਾਉਂਦਾ ਹੈ। ਗੱਲ ਹੈਗੀ ਆ ਭਰੋਸੇ ਦੀ, ਜਿਸ ਤਰ੍ਹਾਂ ਭਾਈ ਸਗਰਾਜ ਜੀ ਨੇ ਦੱਸਿਆ ਹੈ ਕਿ ਅਜੂਬ ਖਾਨ ਦੀ ਅਤੇ ਵਾਸੂਦੇਵ ਜੀ ਦੋਵਾਂ ਦੇ ਨਾਲ ਦੋਵਾਂ ਦੇ ਪ੍ਰਤੀ ਕੰਮ ਦਿੱਤੇ ਹਨ, ਦੋਵਾਂ ਘਟਨਾਵਾਂ ਦੇ। ਕਿਉਂਕਿ ਉਹ ਵੀ ਅਜੂਬ ਖਾਨ ਵੀ ਇੱਕ ਲਫੈਂਟਰ ਸੀ, ਜਿਹਨੂੰ ਨਕੰਮਾ ਆਪਾਂ ਕਹਿ ਦਿੰਦੇ ਹਾਂ। ਅੱਗੇ ਟੀਚਰ ਕਹਿੰਦੇ ਅਧਿਆਪਕ ਸਾਨੂੰ ਜਿਹੜੇ ਨਹੀਂ ਕੰਮ ਕਰ ਰਿਹਾ ਉਹਨੂੰ ਨਕੰਮਾ ਕਹਿਣਾ ਜਾਂਦਾ, ਲਫੈਂਟਰ ਕਹਿਣਾ, ਲਫੈਂਟਰ ਉਹ ਕੰਮ ਨਹੀਂ ਕਰਦੇ। ਇੱਕ ਲਫੈਂਟਰ ਤੋਂ ਸਿੱਖਿਆ ਕਿੱਥੋਂ ਲਈ? ਗੁਰੂ ਘਰ ਜਾ ਕੇ ਗਿਆਨੀ ਜੀ ਨੇ ਦਿੱਤੀ। ਗਿਆਨੀ ਵੀ ਬੜਾ ਚੰਗਾ ਹੋਵੇਗਾ ਜਿਹਨਾਂ ਨੇ ਉਹਨੂੰ ਨਾਮ ਦਿੱਤਾ। ਉਸ ਤੋਂ ਹੀ ਉਹਨੇ ਸਿੱਖਿਆ ਲੈ ਕੇ ਇੱਕ ਰਾਸ਼ਟਰਪਤੀ ਦੀ ਪਦਵੀ ਪਾਈ। ਤੇ ਵਾਸੂਦੇਵ ਦਾ ਜਿਹਨਾਂ ਨੂੰ ਕੈਂਸਰ ਸੀ ਉਹਨੇ ਸਤਿਗੁਰ ਦੇ ਭਰੋਸਾ ਕੀਤਾ ਤੇ ਉਹਨਾਂ ਦਾ ਕੈਂਸਰ ਜਿਹੜਾ ਸੀ ਉਹਨਾਂ ਦੀ ਬਿਮਾਰੀ ਉਹ ਦੂਰ ਹੋ ਗਈ। ਮੰਨਣ ਦੀ ਗੱਲ ਆ, ਲੋੜ ਆ ਸਾਨੂੰ, ਪਰ ਅਸੀਂ ਕਈ ਵਾਰੀ ਭਟਕਣ ਲੱਗ ਪੈਂਦੇ ਹਾਂ, ਨਿੱਕੀ ਨਿੱਕੀ ਗੱਲ ਤੇ ਡੋਲੀ ਜਾਂਦੇ ਹਾਂ। ਸਾਨੂੰ ਮਿਲਦਾ ਕੁਝ ਨਹੀਂ, ਮਿਲਦਾ ਸਭ ਕੁਝ ਹੀ ਹੈ, ਸਿਰਫ ਭਰੋਸਾ ਰੱਖਣ ਦੀ ਗੱਲ ਹੈ। ਸੋ ਸਾਨੂੰ ਮਾਲਕ ਤੇ ਭਰੋਸਾ ਰੱਖਣਾ ਚਾਹੀਦਾ ਹੈ। ਸਭ ਦਾਤਾਂ ਇੱਥੋਂ ਮਿਲ ਜਾਂਦੀਆਂ ਹਨ, ਕਿਸੇ
ਦਾਸ ਭਾਈ ਸੁਖਰਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਜੋ ਬੁੱਧਵਾਰ ਦੇ ਦੀਵਾਨ ਸ਼ਾਮ ਨੂੰ ਲੱਗਦੇ ਹਨ, ਕਿਸੇ ਦੀ ਸੇਵਾ ਹੋ ਰਹੀ, ਬੱਚੇ ਖਾਸ ਕਰਕੇ ਆਉਂਦੇ ਹਨ, ਉਹਨਾਂ ਵਾਸਤੇ ਇਹ ਕੰਮ ਕਾਰਜ ਲੰਬੇ ਗਏ ਹਨ। ਬੱਚਿਆਂ ਵਾਸਤੇ ਵੱਧ ਤੋਂ ਵੱਧ ਬੱਚੇ ਆਉਣ। ਧੰਨਵਾਦੀਆਂ ਸੀ ਇਹਨਾਂ ਦੇ, ਜਿਨ੍ਹਾਂ ਨੇ ਆਪਣੇ ਕੰਮਾਂ ਕਾਰਾਂ ਨੂੰ ਇੰਨਾ ਟਾਈਮ ਕੱਢ ਕੇ ਸ਼ਾਮ ਦੀ ਇਹ ਡਿਊਟੀ ਆਹੀ ਕਰਦੇ ਹਨ, ਬੱਚਿਆਂ ਨੂੰ ਇੰਗਲਿਸ਼ ਵਿੱਚ ਵਿਚਾਰਾਂ ਦੱਸਦੇ ਹਨ। ਸਾਡੇ ਕੋਲ ਕਈ ਵਾਰੀ ਇੱਥੇ ਵੀ ਟਾਈਮ ਨਹੀਂ ਮਿਲਦਾ ਗੁਰੂ ਘਰ ਆਉਣ ਦਾ, ਅਸੀਂ ਵੀ ਹਾਂ, ਮੈਂ ਵੀ ਵਿੱਚੇ ਹਾਂ, ਕਈ ਵਾਰੀ ਅਸੀਂ ਟੈਲੀਵਿਜ਼ਨਾਂ 'ਤੇ ਕੋਈ ਪ੍ਰੋਗਰਾਮ ਆਏ ਹੁੰਦੇ ਆ, ਡਰਾਮੇ ਵੀ ਦੇਖਦਾ ਹੈ, ਪਰ ਲੋੜ ਹੈ ਵੱਧ ਤੋਂ ਵੱਧ ਸਾਨੂੰ ਗੁਰੂ ਘਰ ਆ ਕੇ ਬੱਚਿਆਂ ਨੂੰ ਲਿਆ ਕੇ ਆਪਾਂ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਆਪਾਂ ਬੱਚਿਆਂ ਨੂੰ ਸਿੱਖੀ ਦੇ ਨਾਲ ਲਾ ਸਕੀਏ। ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਤਨੀ ਸੇਵਾ ਕਰਦੇ ਹਨ। ਫਿਰ ਅਸੀਂ ਇਹ ਵੀ ਕਹਿੰਦੇ ਤੁਸੀਂ ਤੇਲ ਪਾਣੀ ਦਾ ਖਰਚਾ ਵੀ ਜ਼ਰੂਰ ਲਿਆ ਕਰੋ। ਅੱਜ ਤਾਂ ਇਹਨਾਂ ਵਿਚਾਰਿਆਂ ਨੂੰ ਤੇਲ ਪਾਣੀ ਦਾ ਖਰਚਾ ਵੀ ਨਹੀਂ ਲਿਆ, ਪਰ ਚਾਹੀਦਾ ਵੀ ਹੈ ਜਿਹੜਾ ਆਪਣਾ ਇਤਨਾ ਕੀਮਤੀ ਵਕਤ ਵੀ ਦੇਣਾ ਗੁਰੂ ਘਰ ਆ ਕੇ ਅਤੇ ਆਪਣਾ ਤੇਲ ਫੂਕ ਕੇ ਵੀ ਆਉਣਾ ਹੈ। ਸੋ ਇਹਨਾਂ ਦਾ ਬਹੁਤ ਬਹੁਤ ਅਸੀਂ ਪ੍ਰਬੰਧਕ ਸੇਵਾਦਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਅਤੇ ਧੰਨਵਾਦੀ ਹਾਂ ਅਸੀਂ ਪਰਿਵਾਰ ਦੇ, ਜਿਨ੍ਹਾਂ ਨੇ ਅੱਜ ਦੇ ਲੰਗਰਾਂ ਦੇ ਬੀਜਾਂ ਦੀ ਸੇਵਾ ਆਪਣੇ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਕਰਵਾਈ ਹੈ। ਸਤਿਗੁਰੂ ਦੀ ਬੱਚੀ ਨੂੰ ਚੜ੍ਹਦੀ ਕਲਾ ਬਖਸ਼ਣ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ। ਪਰਿਵਾਰ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਮਾਈ ਭਾਈ ਨੇ ਲੋਕ ਅਨੁਸਾਰ ਲੰਗਰ ਜ਼ਰੂਰ ਛਕ ਕੇ ਜਾਣਾ ਹੈ। ਜੋ ਸਿੱਖੀ ਕੈਂਪ 5 ਅਪ੍ਰੈਲ ਨੂੰ ਲੱਗ ਰਿਹਾ ਹੈ, ਉਹ 9 ਤੋਂ 5 ਵਜੇ ਦਾ ਟਾਈਮ ਹੈ। ਆਪ ਸਾਰੀਆਂ ਸੰਗਤਾਂ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਲਿਆਉਣ ਦੀ ਕੋਸ਼ਿਸ਼ ਕਰਨੀ ਹੈ। ਬਾਕੀ ਜੋ ਅਗਲੇ ਹਫ਼ਤੇ ਤੀਸਰੇ ਦੇ ਲੰਗਰਾਂ ਦੀ ਸੇਵਾ ਬੀਬੀ ਹਰਿੰਦਰ ਕੌਰ ਪਰਿਵਾਰ ਵੱਲੋਂ ਕੀਤੀ ਜਾਵੇਗੀ, ਅਤੇ ਉਸ ਟਾਈਮ ਭਾਈ ਕਾਬਲ ਸਿੰਘ ਜੀ ਜੋ ਹਜ਼ੂਰੀ ਕਥਾਵਾਚਕ ਹਨ, ਉਸ ਸ਼ਾਮ ਨੂੰ 7 ਤੋਂ 8 ਵਜੇ ਤਾਈਂ ਬੁੱਧਵਾਰ ਆਪਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਅਤੇ ਹੁਣ ਸਾਡੇ ਕੋਲ ਭਾਈ ਸੁਰਿੰਦਰ ਸਿੰਘ ਜੀ ਇਹ ਵੀ ਗੀਤ ਤੋਂ ਹਨ, ਗਿਆਨੀ ਬਿਸ਼ਨ ਸਿੰਘ ਜੀ ਜੀਆਂ ਨੂੰ ਗਏ ਹਨ, ਉਹ ਆਉਣ ਵਾਲੇ ਹਨ। ਉਹਨਾਂ ਦੀ ਡਿਊਟੀ ਇਹਨਾਂ ਨੇ ਸੰਭਾਲੀ ਸੀ, ਇਹ ਸੇਵਾ ਕਰ ਰਹੇ ਸਨ। ਆਪ ਜੀ ਨੂੰ ਇੱਕ ਸ਼ਬਦ ਰਾਹੀਂ ਨਿਹਾਲ ਕਰਨਗੇ ਅਤੇ ਆਨੰਦ ਸਾਹਿਬ ਦੇ ਪਾਠ ਦੇ ਚੌਕੀ ਦੇ ਪਾਠ ਦੇ ਉਪਰੰਤ ਅਰਦਾਸ ਹੋਵੇਗੀ। ਆਪ ਸਾਰੀਆਂ ਸੰਗਤਾਂ ਨੇ ਇਸ ਤਰ੍ਹਾਂ ਜੁੜ ਕੇ ਬੈਠਣਾ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਆਪ ਜੀ ਦਾ ਇੱਕ ਕਦਮ ਸਤਿਗੁਰੂ ਜੀ ਗੁਰੂ ਘਰ ਅੰਦਰ ਲਿਖੇ ਵਿੱਚ ਲਾਉਣ, ਪਰਿਵਾਰਾਂ ਨੂੰ ਸੁੱਖ ਸ਼ਾਂਤੀ ਹਮੇਸ਼ਾ ਚੜ੍ਹਦੀ ਕਲਾ ਅਤੇ ਪਰਿਵਾਰਾਂ ਵਿੱਚ ਖੁਸ਼ੀਆਂ ਬਖਸ਼ਣ। ਅਤੇ ਅੱਗੇ ਤੋਂ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਆਇਆ ਕਰੋ ਭਾਈ, ਇਸੇ ਤਰ੍ਹਾਂ ਹੀ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਇਆ ਕਰੋ। ਦਾਸ ਕੋਲੋਂ ਭੋਜਨ ਏਕ ਨਹੀਂ, ਅਨੇਕ ਪ੍ਰਕਾਰ ਦੀਆਂ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ, ਸਾਧ ਸੰਗਤ ਬਖਸ਼ਣਯੋਗ ਹੈ ਅਤੇ ਬਖਸ਼ ਦੇਣਾ। ਇੱਥੇ ਹੀ ਸਮਾਪਤੀ ਹੈ। ਦਾਸ ਖਿਮਾ ਦਾ ਵਾਚਕ ਹੈ। ਭਾਈ ਸਾਹਿਬ ਬੇਨਤੀ ਕਰਦਾ ਹੈ ਕਿ ਇੱਕ ਸ਼ਬਦ ਰਾਹੀਂ ਆਪ ਸੰਗਤਾਂ ਨੂੰ ਧਿਆਨ ਕਰਨਗੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ।